Students, here is Ramandeep Kaur and welcome you all on my YouTube channel Education Booster. This is the second part of article series. ਇਸ ਤੋਂ ਪਹਿਲਾਂ ਜਿਹੜਾ ਫਸਟ ਪਾਰਟ ਹੈ ਜੀ ਉਹ ਚੈਨਲ ਦੇ ਉੱਤੇ ਆਲਰੇਡੀ ਅਪਲੋਡ ਹੋ ਚੁੱਕਿਆ ਹੈ। ਜਿਨ੍ਹਾਂ ਨੇ ਸਿੱਧਾ ਇਹ ਵੀਡੀਓ ਦੇ ਉੱਤੇ ਜੰਪ ਕੀਤਾ ਹੈ, ਆਈ ਪ੍ਰੈਫਰ ਯੂ ਕਿ ਤੁਸੀਂ ਪਹਿਲਾਂ ਉਹ ਵੀਡੀਓ ਨੂੰ ਚੈੱਕ ਆਊਟ ਕਰੋ ਸੋ ਦੈਟ ਤੁਹਾਨੂੰ ਪਤਾ ਚੱਲ ਸਕੇ ਕਿ ਕਿੱਦਾਂ ਆਪਾਂ ਪੜ੍ਹਾਉਂਦੇ ਆ ਹਨਾ ਆਨਲਾਈਨ ਸੈਸ਼ਨ ਦੇ ਵਿੱਚ ਵੀ ਤੇ ਆਰਟੀਕਲਸ ਦੀ ਸੀਰੀਜ਼ ਉਹ ਕੀ ਕਹਿੰਦੀ ਹੈ ਕਿਉਂਕਿ ਪਹਿਲਾਂ ਤੁਹਾਨੂੰ ਬੇਸਿਕਸ ਕਲੀਅਰ ਹੋਣੇ ਚਾਹੀਦੇ ਇਸ ਵੀਡੀਓ ਦੇ ਉੱਤੇ ਆਉਣ ਤੋਂ ਪਹਿਲਾਂ। ਇਸ ਤੋਂ ਇਲਾਵਾ ਆਪਣੀ ਰੀਜ਼ਨਿੰਗ ਦੀ ਸੀਰੀਜ਼ ਚੱਲ ਰਹੀ ਹੈ, ਵਨ ਵਰਡ ਸਬਸਟੀਟਿਊਸ਼ਨ ਦੀ, ਇਡੀਅਮ ਐਂਡ ਫਰੇਜ਼ਸ ਦੀ, ਇੰਗਲਿਸ਼ ਵੋਕੈਬ ਦੀ, ਸਟੈਟਿਕ ਜੀਕੇ ਦੀ। ਉਹ ਸਾਰੀਆਂ ਵੀਡੀਓਜ਼ ਨੂੰ ਤੁਸੀਂ ਚੈਨਲ ਦੀ ਪਲੇਲਿਸਟ 'ਤੇ ਜਾ ਕੇ ਚੈੱਕ ਆਊਟ ਕਰ ਸਕਦੇ ਹੋ। ਲਿੰਕ ਟੈਲੀਗ੍ਰਾਮ ਗਰੁੱਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਗਿਵਨ ਹੈ, ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ PDF ਵਗੈਰਾ ਦੇ ਲਈ। ਠੀਕ ਹੈ ਜੀ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਕਰਨੇ ਨੇਗੇ ਜਿਹੜੇ ਰੂਲਸ ਆਰਟੀਕਲ ਦੇ ਰਿਲੇਟਡ। ਪਿਛਲੇ ਦੇ ਵਿੱਚ ਮੈंने 5 ਰੂਲਸ ਤੱਕ ਕਵਰ ਕੀਤੇ ਸੀ, ਅੱਜ 6 ਤੋਂ ਲੈ ਕੇ 10 ਤੱਕ ਕਵਰ ਕਰਾਂਗੇ। ਹੋਪ ਸੋ ਤੁਹਾਨੂੰ ਵਧੀਆ ਲੱਗਿਆ ਹੋਊਗਾ ਪਿਛਲਾ ਸੈਸ਼ਨ, ਤਾਂ ਹੀ ਕਰਕੇ ਆਪਾਂ ਨੈਕਸਟ ਵਾਲਾ ਫਰਦਰ ਕਰਾਂਗੇ। ਔਰ ਇਹਦੇ ਵਿੱਚ ਮੈਂ ਮੈਂਸ਼ਨ ਕੀਤਾ ਕਿ ਇਨਕਲੂਡਿੰਗ ਪੇਡ ਪ੍ਰਮੋਸ਼ਨ ਹੈ ਇਹ, ਮਤਲਬ ਕਿ ਆਨਲਾਈਨ ਕਲਾਸਿਸ ਨੂੰ ਪ੍ਰਮੋਟ ਕਰਨ ਦੇ ਲਈ ਇਹ ਵੀਡੀਓ ਮੈਂ ਐਜ਼ ਅ ਡੈਮੋ YouTube ਦੇ ਉੱਤੇ ਅਪਲੋਡ ਕਰ ਰਹੀ ਹਾਂ। ਇਫ ਯੂ ਵਾਂਟ ਟੂ ਜੁਆਇਨ ਆਨਲਾਈਨ ਕਲਾਸ ਦੈਨ ਯੂ ਕੈਨ ਕੰਟੈਕਟ ਮੀ, ਤੇ ਤੁਸੀਂ ਮੈਨੂੰ ਟੈਲੀਗ੍ਰਾਮ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ, ਕਮੈਂਟ ਵੀ ਕਰ ਸਕਦੇ ਹੋ, ਬਟ ਆਈ ਪ੍ਰੈਫਰ ਕਿ ਤੁਸੀਂ ਟੈਲੀਗ੍ਰਾਮ ਦੇ ਉੱਪਰ ਜਾ ਕੇ ਚੈਨਲ ਨੂੰ ਜੁਆਇਨ ਕਰਕੇ ਉਹਦਾ ਡਿਸਕ੍ਰਿਪਸ਼ਨ ਜਿਹੜਾ ਵਿੱਚ ਲਿੰਕ ਦਿੱਤਾ ਹੋਇਆ ਨਾ ਡਿਸਕਸ਼ਨ ਵਾਲਾ, ਉਹਨੂੰ ਜੁਆਇਨ ਕਰਕੇ ਸੀਕ੍ਰੇਟ ਚੈਟ 'ਚ ਮੈਸੇਜ ਕਰਿਓ। ਇਹ ਤੁਹਾਨੂੰ ਮੈਂ ਪ੍ਰੈਫਰ ਕਰਦੀ ਹਾਂ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਪਾਰਟੀਕਲਸ ਦੀ ਅੱਜ ਦੀ ਵੀਡੀਓ। 5 ਰੂਲ ਤੱਕ ਆਪਾਂ ਕੀ ਕੁਝ ਕਵਰ ਕੀਤਾ ਸੀਗਾ। ਫਸਟ ਰੂਲ ਕੀਤਾ ਸੀ ਆਪਾਂ ਆਰਟੀਕਲਸ ਦਾ ਸੁਪਰਲੇਟਿਵ ਡਿਗਰੀ ਦੇ ਰਿਲੇਟਡ, ਸੈਕਿੰਡ ਆਫ ਦਾ ਟੂ ਰੂਲ ਕੀਤਾ ਸੀ, ਥਰਡ ਪੈਰਲਲ ਕੰਸਟਰਕਸ਼ਨ ਦਾ, ਫੋਰਥ ਯੂਨੀਅਨ ਯੂਨਾਈਟਿਡ ਤੇ ਰਿਪਬਲਿਕ ਦਾ, ਤੇ ਪੰਜਵਾਂ ਜਿਓਗ੍ਰਾਫੀਕਲ ਡਾਇਰੈਕਸ਼ਨ ਦਾ। ਇਹ ਆਪਣੇ ਹੋ ਚੁੱਕੇ ਨੇ। ਇਸ ਦੇ ਵਿੱਚ ਆਪਾਂ ਨਾ ਮਾਊਂਟੇਨ ਰੇਂਜਸ ਬਾਰੇ ਕਰਨਾ ਹੈ। ਜਮਾਂ ਜ਼ੀਰੋ ਲੈਵਲ ਤੋਂ ਪੜ੍ਹਾਉਣ ਦੀ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ, ਤਾਂ ਕਿ ਜਿਨ੍ਹਾਂ ਨੂੰ ਜਮਾਂ ਹੀ ਨਹੀਂ ਪਤਾ ਨਾ ਕਿ ਆਰਟੀਕਲਸ ਹੁੰਦੇ ਕੀ ਹੈ ਉਹਨਾਂ ਨੂੰ ਵੀ ਪਤਾ ਚੱਲ ਜਾਏ ਕਿ ਕਿੱਥੇ ਕੀ ਲਗਾਉਣਾ ਹੈ। ਇਹ ਆਪਾਂ ਡੈਫੀਨੇਟ ਆਰਟੀਕਲ ਕਰ ਰਹੇ ਹਾਂ ਕਿ ਦ ਹੈ ਜਿਹੜਾ ਇਹ ਕਿੱਥੇ ਲੱਗਦਾ ਹੈ, ਕਿੱਥੇ ਲੱਗਦਾ ਹੈ। ਹੁਣ ਇਸ ਸਲਾਈਡ ਦੇ ਵਿੱਚ ਮੈਂ ਦਿੱਤਾ ਮਾਊਂਟੇਨ ਰੇਂਜਸ। ਮਾਊਂਟੇਨ ਰੇਂਜਸ ਮਤਲਬ ਕਿ ਪਹਾੜ ਦੀਆਂ ਜਿਹੜੀਆਂ ਚੋਟੀਆਂ ਹੁੰਦੀਆਂ ਨੇ। ਇੱਕ ਗੱਲ ਯਾਦ ਰੱਖਿਓ ਕਿ ਜੇ ਮੈਂ ਇੱਕ ਪਹਾੜੀ ਦੀ ਗੱਲ ਕਰੂੰਗੀ ਨਾ ਉਹਦੇ ਅੱਗੇ ਬਿਲਕੁਲ ਵੀ ਦ ਹੈ ਜਿਹੜਾ ਨਹੀਂ ਆਊਗਾ। ਬਟ ਜੇ ਮੈਂ ਗਰੁੱਪ ਆਫ ਮਤਲਬ ਇਹ ਚੇਨ ਕਹਿ ਲਾ, ਮੈਂ ਚੇਨ ਹੈ ਮੰਨ ਲਓ ਇਹ ਪਹਾੜੀਆਂ ਦੀ, ਇਹਦੀ ਜੇ ਮੈਂ ਗੱਲ ਕਰੂੰਗੀ ਨਾ ਚੇਨ ਦੀ ਜਾਂ ਫਿਰ ਲੜੀ ਦੀ, ਮਾਊਂਟੇਨ ਦੀਆਂ ਰੇਂਜਸ ਦੀ ਲੜੀ ਦੀ ਜੇ ਮੈਂ ਗੱਲ ਕਰੂੰਗੀ ਨਾ ਫਿਰ ਉਹਦੇ ਅੱਗੇ ਦ ਆਊਗਾ। ਹੋਪ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਮੈਂ ਐਗਜ਼ਾਮਪਲ ਨਾਲ ਬਿਲਕੁਲ ਕਲੀਅਰ ਕਰੂੰਗੀ, ਸਿੱਧਾ ਡਾਇਗਰਾਮ ਨਾਲ ਨਹੀਂ ਕਰਦੀ, ਇਹ ਤੁਹਾਨੂੰ ਜਸਟ ਸਮਝਾਉਣ ਲਈ ਸੀਗਾ। ਓਕੇ, ਜਿਵੇਂ ਹਿਮਾਲਿਆਜ਼ ਲਿਖਤਾ ਮੈਂ, ਹਿਮਾਲਿਆਜ਼ ਲਿਖਤਾ, ਠੀਕ ਹੈ। ਇਹ ਜਿਹੜਾ ਪਿੱਛੇ ਐਸ ਲੱਗਿਆ ਨਾ ਇਹ ਆਪਣੇ ਆਪ ਦੇ ਵਿੱਚ ਸ਼ੋਅ ਕਰ ਰਿਹਾ ਕਿ ਇਹ ਹੈ ਨਾ ਜਿਹੜਾ ਇਹ ਗਰੁੱਪ ਆਫ ਹੈ ਮਾਊਂਟੇਨਸ ਹੈ, ਗਰੁੱਪ ਦੀ ਗੱਲ ਕਰ ਰਹੀ ਹਾਂ ਮੈਂ, ਤਾਂ ਇਹਦੇ ਅੱਗੇ ਦ ਲੱਗੂਗਾ। ਐਵੇਂ ਮੈਂ ਕੁਝ ਕੁ ਤੁਹਾਨੂੰ ਮਾਊਂਟੇਨ ਰੇਂਜਸ ਦੱਸਦੀ ਹਾਂ ਜਿਹਦੇ ਪਿੱਛੋਂ ਆਪਾਂ ਨੂੰ ਐਸ ਤੋਂ ਵੀ ਪਤਾ ਚੱਲ ਜਾਂਦਾ ਕਿ ਉਹ ਗਰੁੱਪ ਦੀ ਗੱਲ ਹੈ। ਰੌਕੀਜ਼, ਇਹ ਇੱਥੇ ਐਂਡੀਜ਼, ਐਲਪਸ। ਜੇ ਤੁਸੀਂ ਥੋੜੀ ਬਹੁਤ ਵੀ ਜੀਓਗ੍ਰਾਫੀ ਪੜ੍ਹੀ ਹੈ ਤੁਸੀਂ ਇਹਨਾਂ ਮਾਊਂਟੇਨ ਰੇਂਜਸ ਬਾਰੇ ਜ਼ਰੂਰ ਪੜ੍ਹਿਆ ਹੋਊਗਾ ਵਰਲਡ ਜੀਓਗ੍ਰਾਫੀ ਦੇ ਵਿੱਚ, ਠੀਕ ਹੈ। ਇਹਨਾਂ ਸਭ ਦੇ ਅੱਗੇ ਦ ਲੱਗੂਗਾ। ਇੱਕ ਐਗਜ਼ਾਮਪਲ ਕਰਦੇ ਹਾਂ, ਜਿੱਦਾਂ ਮੈਂ ਲਿਖਿਆ ਡੈਸ਼ ਹਿਮਾਲਿਆਜ਼ ਆਰ oldest chain of mountains। ਹੁਣ ਦੇਖੋ ਇੱਥੇ ਕੀ ਹੈਗਾ, ਧਿਆਨ ਰੱਖਿਓ ਇਹ ਚੀਜ਼। ਇਹ ਤਾਂ ਹੁਣ ਹਿਮਾਲਿਆ ਜਿਹੜਾ, ਇਹਦੀ ਹਿਮਾਲਿਆ ਦੀ ਗੱਲ ਆ ਗਈ ਹੈ ਨਾ। ਇਹ ਤੋਂ ਕਲਰ ਚੇਂਜ ਕਰ ਲੈਂਦੇ ਆਪਾਂ। ਇਹ ਹਿਮਾਲਿਆ ਤੋਂ ਤੁਹਾਨੂੰ ਪਤਾ ਚੱਲ ਗਿਆ ਕਿ ਇੱਥੇ ਹੈ ਜਿਹੜਾ ਆਪਾਂ ਗਰੁੱਪ ਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਤਾਂ ਤੁਸੀਂ ਬਿਲਕੁਲ ਦ ਹੈ ਜਿਹੜਾ ਉਹ ਲਗਾਓਗੇ ਹੀ ਲਗਾਓਗੇ, ਠੀਕ ਹੈ। ਹੁਣ ਜੇ ਮੈਂ ਸੈਕਿੰਡ ਗੱਲ ਇਹ ਕਰਾਂ ਤੁਹਾਡੇ ਕੋਲੇ ਕਿ ਆਹ ਜਿਹੜੀ ਫਿਲਅਪ ਦਿੱਤੀ ਹੋਈ ਹੈ ਇਹ ਕਾਹਦੇ ਲਈ ਦਿੱਤੀ ਹੈ, ਮੈਂ ਇੱਥੇ ਦ ਆਊਗਾ ਕਿ ਨਹੀਂ। 1 ਮਿੰਟ ਵੀਡੀਓ ਨੂੰ ਪੌਜ਼ ਕਰਕੇ ਆਪਣੇ ਆਪ ਤੋਂ ਪੁੱਛੋ ਅਗਰ ਤੁਸੀਂ ਫਸਟ ਵੀਡੀਓ ਚੈੱਕਆਊਟ ਕੀਤੀ ਹੋਈ ਹੈ ਤਾਂ ਇੱਥੇ ਵੀ ਜੀ ਬਿਲਕੁਲ ਦ ਆਊਗਾ। ਔਰ ਇੱਥੇ ਦ ਪਤਾ ਕਿਉਂ ਆਇਆ, ਕਿਉਂਕਿ ਇੱਥੇ ਆ ਦੇਖੋ ਸੁਪਰਲੇਟਿਵ ਡਿਗਰੀ ਲੱਗ ਰਹੀ ਹੈ ਸੌਰੀ, ਇੱਥੇ ਦੇਖੋ ਸੁਪਰਲੇਟਿਵ ਡਿਗਰੀ ਲੱਗ ਰਹੀ ਹੈ ਨਾ। ਤੁਹਾਨੂੰ ਜਿਹੜਾ ਆਰਟੀਕਲਸ ਦਾ ਪਹਿਲਾ ਰੂਲ ਮੈਂ ਇਹ ਕਰਾਇਆ ਉੱਥੇ ਮੈਂ ਦੱਸਿਆ ਸੀਗਾ ਕਿ ਸੁਪਰਲੇਟਿਵ ਡਿਗਰੀ ਮਤਲਬ ਕਿ ਐਡਜੈਕਟਿਵ ਦੀ ਜਿਹੜੀ 3rd ਡਿਗਰੀ ਹੁੰਦੀ ਹੈ EST ਵਾਲੀ ਜਾਂ ਮੋਸਟ ਵਾਲੀ, ਉਹਦੇ ਅੱਗੇ ਹਮੇਸ਼ਾ ਹੀ ਦਾ ਆਉਂਦਾ ਕਿਉਂਕਿ ਉਹ ਉਹਨੂੰ ਸਪੈਸੀਫਿਕ ਕਰਦਾ। ਤਾਂ ਇੱਥੇ ਦੇਖੋ ਇੱਥੇ ਪਤਾ ਚੱਲ ਗਿਆ ਨਾ ਤੁਹਾਨੂੰ ਕਿ ਇੱਥੇ ਦ ਕਿਉਂ ਆਇਆ। ਤਾਂ ਇਹ ਤੁਹਾਨੂੰ ਜਿਹੜੀ ਐਗਜ਼ਾਮਪਲ ਹੈ ਆਈ ਹੋਪ ਫੁੱਲੀ ਕਲੀਅਰ ਹੋ ਗਈ ਹੋਊਗੀ। ਇੱਕ ਐਗਜ਼ਾਮਪਲ ਤੁਹਾਨੂੰ ਇਹਦੀ ਹੋਰ ਦੇ ਦਿੰਦੀ ਹਾਂ ਸੋ ਦੈਟ ਤੁਹਾਨੂੰ ਪਤਾ ਚੱਲ ਸਕੇ। ਅੱਛਾ, ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਜੇ ਸਿੰਗਲ ਦੀ ਗੱਲ ਆਊਗੀ ਨਾ ਤਾਂ ਉਹਦੇ ਅੱਗੇ ਆਪਾਂ ਬਿਲਕੁਲ ਵੀ ਦ ਨਹੀਂ ਲਗਾਉਂਦੇ। ਹੁਣ ਸਿੰਗਲ ਕੀ ਹੋ ਸਕਦਾ ਹੈ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦੀ, ਜਿਵੇਂ ਲਿਖਿਆ ਡੈਸ਼ ਮਾਊਂਟ
Everest is dash highest peak in the world। ਹੁਣ ਆਰ ਡੈਸ਼ ਹੈ ਜਿਹੜੀ ਤੇ ਇੱਕ ਆਹ ਤੁਹਾਨੂੰ ਦੋ ਫਿਲਪਸ ਦੱਸੀਆਂ ਨੇ ਮੈਂ। ਹੁਣ ਆ ਫਸਟ ਦੇ ਵਿੱਚ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਨਾ ਉਹ ਸਿਰਫ ਆਪਾਂ ਇੱਕ ਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਤਾਂ ਦ ਆਣਾ ਪੋਸੀਬਲ ਹੀ ਨਹੀਂ ਹੈ, ਬਿਲਕੁਲ ਵੀ ਨਹੀਂ ਆਏਗਾ ਇੱਥੇ। ਬਟ ਇੱਥੇ ਦਾ ਜ਼ਰੂਰ ਆਊਗਾ। ਕਿਉਂ ਆਊਗਾ? ਕਿਉਂਕਿ ਹਾਈਐਸਟ ਅਗੇਨ ਕੀ ਆ ਗਈ? ਸੁਪਰਲੇਟਿਵ ਡਿਗਰੀ ਆ ਗਈ। ਤਾਂ ਹੋਪਸ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਕਿੱਥੇ ਆਪਾਂ ਦ ਲਗਾਉਣਾ ਹੁੰਦਾ, ਕਿੱਥੇ ਆਪਾਂ ਨਹੀਂ ਲਗਾਉਣਾ ਹੁੰਦਾ। ਠੀਕ ਹੈ। ਤੇ ਹੁਣ ਜਿਵੇਂ ਮੈਂ ਸਿੰਪਲ ਕੱਲੀਆਂ ਦੀ ਗੱਲ ਕਰਾਂ, ਹੁਣ ਜਿਵੇਂ ਇਹਦੀ ਗੱਲ ਕੀਤੀ ਸੀ ਮੈਂ, ਮਾਊਂਟ ਐਵਰੈਸਟ ਕੱਲੀ ਹੈ ਤਾਂ ਬਿਲਕੁਲ ਵੀ ਨਹੀਂ ਆਊਗਾ ਇੱਥੇ। ਜੇ ਹੁਣ ਮੈਂ ਲਿਖਦਾ ਡੈਸ਼ ਵਿੰਧਿਆਸ, ਤਾਂ ਜਿਹੜੀ ਐਸ ਹੈ ਪਿੱਛੇ ਪਲੂਰੈਲਿਟੀ ਸ਼ੋ ਕਰ ਰਹੀ ਹੈ, ਉਹਦਾ ਗਰੁੱਪ ਸ਼ੋ ਕਰ ਰਹੀ ਹੈ, ਅਤੇ ਇਹਦੇ ਅੱਗੇ ਬਿਲਕੁਲ ਦ ਆਊਗਾ। ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਜ਼ਿਆਦਾ ਇਸ ਰੂਲ ਦੇ ਉੱਤੇ ਤੁਹਾਨੂੰ ਜ਼ਿਆਦਾ ਸਮਝਾਉਣ ਦੀ ਲੋੜ ਹੈ। ਤੁਸੀਂ ਸਮਝ ਗਏ ਹੋਵੋਗੇ ਕਿ ਮਾਊਂਟੇਨ ਰੇਂਜਸ ਜਦੋਂ ਲੜੀ ਦੀ ਗੱਲ ਹੋਊਗੀ ਨਾ ਤਾਂ ਆਪਾਂ ਬਿਲਕੁਲ ਲਗਾਵਾਂਗੇ ਦਾ, ਬਟ ਜਦੋਂ ਸਿੰਗਲ ਦੀ ਗੱਲ ਹੋਊਗੀ ਆਪਾਂ ਉੱਥੇ ਦਾ ਨਹੀਂ ਲਗਾਵਾਂਗੇ। ਨੈਕਸਟ 'ਤੇ ਆ ਜਾਓ ਜੀ। ਇੱਥੇ ਹੈਗਾ 7th ਰੂਲ ਆਪਣਾ, ਹੌਲੀ ਬੁੱਕਸ ਐਂਡ ਸਕ੍ਰਿਪਚਰਸ। ਜੇ ਇਹਨੂੰ ਮੈਂ ਪੰਜਾਬੀ ਦੇ ਵਿੱਚ ਲਿਖਾਂ ਤਾਂ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਇੰਨਾ ਕੁ ਲਿਖ ਸਕਦੇ ਹਾਂ ਕਿ ਧਾਰਮਿਕ ਗ੍ਰੰਥ। ਜਦੋਂ ਵੀ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਹੋਊਗੀ ਨਾ ਤਾਂ ਆਪਾਂ ਉਹਦੇ ਅੱਗੇ ਦ ਆਰਟੀਕਲ ਬਿਲਕੁਲ ਲਗਾਵਾਂਗੇ। ਧਾਰਮਿਕ ਗ੍ਰੰਥ ਕਿਹੜੇ ਕਿਹੜੇ ਹੋ ਸਕਦੇ ਨੇ? ਗੀਤਾ, ਰਮਾਇਣਾ, ਮਹਾਭਾਰਤ, ਠੀਕ ਹੈ। ਇਸ ਤੋਂ ਇਲਾਵਾ ਕੁਰਾਨ, ਜਿੰਨੇ ਵੀ ਰਿਗਵੇਦ ਹੋ ਗਿਆ ਆਪਣਾ, ਹੈ ਨਾ, ਜਾਂ ਆਪਾਂ ਕਹਿ ਸਕਦੇ ਹਾਂ ਉਪਨਿਸ਼ਦ, ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਰੇ ਜਿੱਦਾਂ ਹੋ ਗਏ ਨਾ, ਇਹ ਧਾਰਮਿਕ ਗ੍ਰੰਥ ਨੇ ਅਤੇ ਆਪਣੇ ਆਪ ਦੇ ਵਿੱਚ ਇਹ ਸਪੈਸ਼ੈਲਿਟੀ ਸ਼ੋ ਕਰਦੇ ਆ, ਆਪਣੇ ਆਪ ਦੇ ਵਿੱਚ ਇਹ ਵਿਸ਼ੇਸ਼ ਨੇ। ਮੈਂ ਤੁਹਾਨੂੰ ਇਹ ਦੱਸਿਆ ਸੀਗਾ ਫਸਟ ਪਾਰਟ ਦੇ ਵਿੱਚ ਕਿ ਜਦੋਂ ਵੀ ਗੱਲ ਵਿਸ਼ੇਸ਼ ਦੀ ਆਊਗੀ ਉੱਥੇ ਜਿਹੜਾ ਆਰਟੀਕਲ ਹੈ ਨਾ ਆਪਾਂ ਦ ਉੱਥੇ ਯੂਜ਼ ਕਰਾਂਗੇ, ਤਾਂ ਇਹਨਾਂ ਸਭ ਦੇ ਅੱਗੇ ਹੀ ਜਿਹੜਾ ਆਰਟੀਕਲ ਦ ਹੈ ਉਹ ਬਿਲਕੁਲ ਲੱਗੂਗਾ। ਤਾਂ ਹੋਪਸ ਤੁਹਾਨੂੰ ਕਲੀਅਰ ਹੋਊਗਾ। ਇਹ ਤਾਂ ਰਹੀ ਸੌਖੀ ਜੀ ਗੱਲ ਜਿਹੜੀ ਮੈਂ ਤੁਹਾਨੂੰ ਉੱਪਰੋਂ ਦੱਸਤੀ, ਪਰ ਇਸ ਰੂਲ ਦੀ ਨਾ ਇੱਕ ਐਕਸੈਪਸ਼ਨ ਵੀ ਹੈ। ਐਕਸੈਪਸ਼ਨ ਦਾ ਮਤਲਬ ਪਤਾ ਕੀ ਹੁੰਦਾ? ਐਕਸੈਪਸ਼ਨ ਦਾ ਮਤਲਬ ਹੁੰਦਾ ਜਿੱਥੇ ਇਹ ਚੀਜ਼ ਅਪਲਾਈ ਨਹੀਂ ਹੁੰਦੀ ਹੈਗੀ। ਹੁਣ ਕਿਵੇਂ? ਜਦੋਂ ਨਾ ਆਪਾਂ ਨੂੰ ਔਥਰ ਦਾ ਨੇਮ, ਔਥਰ ਲੇਖਕ, ਔਥਰ ਦਾ ਜਿਹੜਾ ਨੇਮ ਹੈ ਨਾ ਉਹ ਆਪਾਂ ਨੂੰ ਅਪੋਸਟ੍ਰੋਫੀ ਐਸ ਪਾ ਕੇ ਦਿੱਤਾ ਅਤੇ ਉਸ ਤੋਂ ਬਾਅਦ ਦਿੱਤਾ ਉਹ ਬੁੱਕ ਦਾ ਨਾਮ, ਧਾਰਮਿਕ ਗ੍ਰੰਥ ਦਾ ਨਾਮ, ਤਾਂ ਮੈਂ ਹੁਣ ਤੁਹਾਨੂੰ ਕਰਾਇਆ ਕਿ ਧਾਰਮਿਕ ਗ੍ਰੰਥ ਦੇ ਅੱਗੇ ਦ ਲੱਗੂਗਾ। ਬਟ ਜੇ ਉਸ ਤੋਂ ਅੱਗੇ ਜਿਹੜਾ ਔਥਰ ਦਾ ਨੇਮ ਹੈ ਅਪੋਸਟ੍ਰੋਫੀ ਐਸ ਪਾ ਕੇ ਦਿੱਤਾ ਤਾਂ ਉੱਥੇ ਬੁੱਕ ਦੇ ਅੱਗੇ ਆਰਟੀਕਲ ਬਿਲਕੁਲ ਵੀ ਨਹੀਂ ਆਊਗਾ। ਹੁਣ ਪਹਿਲਾਂ ਮੈਂ ਤੁਹਾਨੂੰ ਇਹ ਕਲੀਅਰ ਕਰ ਦਿੰਦੀ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਪੋਸਟ੍ਰੋਫੀ ਐਸ ਹੁੰਦੀ ਕੀ ਹੈ। ਦੇਖੋ ਮੈਂ ਕਹਾਂ ਫਾਦਰ ਆਫ ਰਾਮ, ਕੀ ਮਤਲਬ ਬਣਿਆ ਇਹ? ਰਾਮ ਦਾ ਪਿਤਾ। ਮੈਂ ਇਹਨੂੰ ਪਤਾ ਇੱਦਾਂ ਵੀ ਲਿਖ ਸਕਦੀ ਹਾਂ, ਰਾਮਜ਼ ਇੱਦਾਂ ਕਰਕੇ ਨਾ ਐਸ ਪਾ ਕੇ, ਰਾਮਜ਼ ਫਾਦਰ। ਇਹ ਜਿਹੜਾ ਆਫ ਹੈ ਨਾ, ਆਫ, ਇਹਨੂੰ ਹੀ ਅਪੋਸਟ੍ਰੋਫੀ ਐਸ ਸ਼ੋ ਕਰਦੀ ਹੈ। ਠੀਕ ਹੈ। ਰਾਮਜ਼ ਫਾਦਰ ਦਾ ਵੀ ਮਤਲਬ ਇਹ ਹੈ ਕਿ ਰਾਮ ਦਾ ਪਿਤਾ, ਅਤੇ ਫਾਦਰ ਆਫ ਰਾਮ ਦਾ ਮਤਲਬ ਵੀ ਇਹ ਹੈ ਕਿ ਰਾਮ ਦਾ ਪਿਤਾ। ਮਤਲਬ ਕਿ ਆਫ ਦਾ ਜਿਹੜੇ ਸੈਂਸ ਹੈ ਨਾ ਇਹ ਸ਼ੋ ਕਰਨ ਦੇ ਲਈ ਆਪਾਂ ਅਪੋਸਟ੍ਰੋਫੀ ਐਸ ਲਗਾਉਂਦੇ ਹੁੰਦੇ ਹਾਂ। ਠੀਕ ਹੈ। ਹੁਣ ਮੈਂ ਇਸ ਰੂਲ ਦੇ ਵਿੱਚ ਕੀ ਦੱਸਿਆ ਸੀ ਤੁਹਾਨੂੰ ਕਿ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਅੱਗੇ ਦ ਆਊਗਾ, ਬਟ ਜੇ ਔਥਰ ਦਾ ਨੇਮ ਅਪੋਸਟ੍ਰੋਫੀ ਐਸ ਪਾ ਕੇ ਦਿੱਤਾ ਹੈ ਅਤੇ ਉਸ ਤੋਂ ਬਾਅਦ ਲਿਖਿਆ ਹੋਇਆ ਬੁੱਕ ਦਾ ਨਾਮ, ਉਸ ਧਾਰਮਿਕ ਗ੍ਰੰਥ ਦਾ ਨਾਮ, ਤਾਂ ਉਸ ਤੋਂ ਅੱਗੇ ਆਰਟੀਕਲ ਦ ਬਿਲਕੁਲ ਵੀ ਨਹੀਂ ਆਊਗਾ। ਅਤੇ ਔਥਰ ਦੇ ਨੇਮ ਤੋਂ ਪਹਿਲਾਂ ਤਾਂ ਆਊਗਾ ਹੀ ਬਿਲਕੁਲ ਨਹੀਂ। ਕਿਉਂ ਨਹੀਂ ਆਊਗਾ? ਕਿਉਂਕਿ ਔਥਰ ਦਾ ਨੇਮ ਇੱਕ ਪ੍ਰੋਪਰ ਨਾਊਨ ਹੋ ਗਿਆ, ਅਤੇ ਪ੍ਰੋਪਰ ਨਾਊਨ ਦੇ ਅੱਗੇ ਤਾਂ ਬਿਲਕੁਲ ਹੀ ਨਹੀਂ ਆਉਂਦਾ ਹੁੰਦਾ। ਮੈਂ ਪ੍ਰੀਵੀਅਸ ਵੀਡੀਓ 'ਚ ਵੀ ਦੱਸਿਆ ਸੀਗਾ। ਇੱਕ ਇਹਦੀ ਐਗਜ਼ਾਮਪਲ ਕਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਜਾਏ। ਠੀਕ ਹੈ ਜੀ। ਜਿਵੇਂ ਮੈਂ ਲਿਖਿਆ ਦੇਖੋ ਡੈਸ਼ ਵਾਲਮੀਕਿਜ਼ ਰਮਾਇਣਾ। ਚਲੋ ਇੱਥੇ ਥੋੜੀ ਸਪੇਸ ਦੇ ਲੈਂਦੇ ਆਪਾਂ, 1 ਮਿੰਟ। ਇੱਥੇ ਮੈਂ ਡੈਸ਼ ਲਿਖਤੀ ਅਤੇ ਇੱਥੇ ਲਿਖਤਾ ਮੈਂ ਰਮਾਇਣਾ। ਹੁਣ ਰਮਾਇਣਾ ਹੋ ਗਿਆ ਧਾਰਮਿਕ ਗ੍ਰੰਥ ਦਾ ਨੇਮ, ਇਸ ਤੋਂ ਪਹਿਲਾਂ ਦ ਆਉਂਦਾ ਹੁੰਦਾ, ਬਟ ਕਿਉਂਕਿ ਇੱਥੇ ਜਿਹੜਾ ਰਾਈਟਰ ਦਾ ਨੇਮ ਹੈ ਅਪੋਸਟ੍ਰੋਫੀ ਐਸ ਪਾ ਕੇ ਦਿੱਤਾ ਤਾਂ ਮੈਂ ਰਮਾਇਣਾ ਦੇ ਅੱਗੇ ਬਿਲਕੁਲ ਵੀ ਕੋਈ ਆਰਟੀਕਲ ਨਹੀਂ ਲਗਾਉਂਗੀ। ਅਤੇ ਵਾਲਮੀਕੀ ਦੇ ਅੱਗੇ ਤਾਂ ਬਿਲਕੁਲ ਲੱਗੂਗਾ ਹੀ ਨਹੀਂ। ਕਿਉਂ ਨਹੀਂ ਲੱਗੂ? ਕਿਉਂਕਿ ਇਹ ਇੱਕ ਪ੍ਰੋਪਰ ਨਾਊਨ ਹੈ ਅਤੇ ਪ੍ਰੋਪਰ ਨਾਊਨ ਦੇ ਅੱਗੇ ਬਿਲਕੁਲ ਨਹੀਂ ਆਉਂਦਾ ਹੁੰਦਾ, ਖਾਸ ਨਾਮ ਦੇ ਅੱਗੇ ਜਮਾਂ ਨਹੀਂ ਆਉਂਦਾ ਹੁੰਦਾ ਆਰਟੀਕਲ। ਠੀਕ ਹੈ। ਤਾਂ ਹੋਪਸ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਬਟ ਜੇ ਮੈਂ ਇਸੇ ਐਗਜ਼ਾਮਪਲ ਨੂੰ ਇੱਦਾਂ ਲਿਖਦਾ ਡੈਸ਼ ਰਮਾਇਣਾ ਇਜ਼ ਰਿਟਨ ਬਾਏ ਵਾਲਮੀਕੀ। ਠੀਕ ਹੈ। ਮੈਂ ਉਸੇ ਐਗਜ਼ਾਮਪਲ ਨੂੰ ਮੋਲਡ ਕਰਕੇ ਲਿਖਤਾ। ਹੁਣ ਇੱਥੇ ਅਪੋਸਟ੍ਰੋਫੀ ਐਸ ਨਹੀਂ ਨਾ ਹੈਗੀ ਬਿਲਕੁਲ ਵਾਲਮੀਕੀ ਦੇ ਅੱਗੇ, ਤਾਂ ਇੱਥੇ ਦ ਆ ਜਾਊਗਾ। ਠੀਕ ਹੈ ਜੀ।
आई होप तुहानूं रूल ये 100% तरीके नाल क्लीयर हो गया होगा। नैक्सट रूल दे उत्ते आपां मूव ऑन करते हैं। नैक्सट हैगा जी अपना न्यूज़पेपर का रूल। हुण ये की कहंदा है, न्यूज़पेपर अखबार आपां सब नूं ही पता है, ਜਦੋਂ ਵੀ ਸੈਂਟੈਂਸ ਦੇ ਵਿੱਚ ਆਪਾਂ ਨੂੰ ਨਿਊਜ਼ਪੇਪਰ ਦਾ ਨੇਮ ਲੱਗਿਆ ਮਿਲ ਗਿਆ ਤਾਂ ਉਹਦੇ ਅੱਗੇ ਦ ਹੋਣਾ ਜ਼ਰੂਰੀ ਹੈ। ਤੇ ਐਰਰ ਐਗਜ਼ਾਮ ਦੇ ਵਿੱਚ ਇਹ ਕਾਫੀ ਵਾਰ ਆਈ ਹੈ ਕਿ ਉਹ ਦ ਨਹੀਂ ਦਿੱਤਾ ਹੁੰਦਾ, ਠੀਕ ਹੈ। ਤੇ ਨਿਊਜ਼ਪੇਪਰ ਦੇ ਹਰੇਕ ਦੇ ਨੇਮ ਦੇ ਅੱਗੇ ਦ ਬਿਲਕੁਲ ਆਊਗਾ। ਉਹ ਨਿਊਜ਼ਪੇਪਰ ਦਾ ਨੇਮ ਕੁਝ ਵੀ ਹੈ, ਚਾਹੇ ਮੰਨ ਲਓ ਟਾਈਮਜ਼ ਆਫ ਇੰਡੀਆ ਹੈ, ਸਟੇਟਸਮੈਨ ਹੈ, ठीक है, हिंदुस्तान टाइम्स है, कोई भी न्यूज़पेपर का नेम है वटएवर उन्होंने अगे है जोड़ा द बिल्कुल आऊगा, ठीक है। अच्छा हुण इत्थे क्वेश्चन पता की अराइज होंदा है कि दुनिया दे विच इन्ने सारे न्यूज़पेपर है, हुण आपां तां सारिआं दा नेम नहीं सुनिया हैगा, फिर आपां नूं किवें पता लगूगा कि वो जिहड़ा नेम है वो किसी न्यूज़पेपर दा दित्ता होया, आपां नूं किद्दां पता चलूगा, आपां नूं नहीं पता कि सारे न्यूज़पेपर दे नेम आपां नहीं सुने। तां इत्थे क्वेश्चन ये अराइज होंदा है। ਤਾਂ देखो सेंटेंस ਦੇ ਵਿੱਚ ਨਾ एग्जामिनर ਤੁਹਾਨੂੰ न्यूज़ वर्ड ਦਊਗਾ एज अ हिंट ਜਾਂ ਫਿਰ पब्लिश वर्ड ਦਊਗਾ। कोई भी चीज़ पब्लिश ਹੁੰਦੀ ਉਹ न्यूज़पेपर 'ਚ ਹੀ ਹੁੰਦੀ ਹੈ, ਜਾਂ ਤਾਂ न्यूज़ ਦਊਗਾ ਲਿਖਿਆ ਹੋਇਆ ਜਾਂ पब्लिश ਦਊਗਾ। ਉਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਕਿ ਜਿਹੜਾ ਇਹ ਨੇਮ ਦਿੱਤਾ ਹੋਇਆ ਨਾ ਇਹ ਕਿਸੇ न्यूज़पेपर ਦਾ ਨੇਮ ਹੈ। ਮੇਰੀ ਗੱਲ ਸਮਝ ਗਏ? ਇਹਨੂੰ ਹੁਣ ਯਾਦ ਰੱਖਣਾ, ਇਸ ਰੂਲ ਨੂੰ ਬਿਲਕੁਲ ਨਹੀਂ ਭੁੱਲਣਾ ਹੈਗਾ, ਠੀਕ ਹੈ ਜੀ। ਨੈਕਸਟ ਰੂਲ ਤੇ ਚੱਲਦੇ ਹਾਂ। रूल नंबर 9 दैट इज़ रिलेटेड टू ओशन, सीज, रिवर, बे, डेजर्ट। ये डेजर्ट ना इकट्ठा है, नैक्सट लाइन दे विच हो गया इकट्ठा है, ठीक है, इदां है। हुण सेंटेंस दे विच आपां नूं इन्हां चों कोई भी चीज़ मिल जे, किसी ओशन का नेम मिल गया, मान लो कोई पैसिफिक ओशन है, एटलांटिक ओशन है, कोई भी ओशन का नाम मिल गया, सी लिखिया होया मिल गया, मतलब किसी भी सी का नेम मिल गया, ठीक है। उस तो बाद जिवें अरेबियन सी इदां लिखिया मिल गया, किसी भी रीवर का नेम लग्या मिल गया, आपां नूं रीवर नदी हुंदा है। हुण इत्थे तुहानूं बे का नहीं पता होना, बे हुंदा खाड़ी, बंगाल की खाड़ी, बे ऑफ बंगाल। डेजर्ट हुंदा है मारूथल, सहारा डेजर्ट, ठीक है। ये नेम पता चल गए ना, खाड़ी लिखिया है मैं। तो इन्हां सब दे नेम्स दे अगे है जिहड़ा वो सॉरी द आर्टिकल आऊगा, ठीक है जी। ये क्लीयर हो गया। मैं तुहानूं एक दो एग्जाम्पल दे देनी, तुहानूं पता चल जूगा। जिवें मैं लिखिया अरेबियन सी, ये अगे भी द आऊगा। मैं लिखिया इंडियन ओशन, ओशन तो तुहानूं पता लग गया भी ये ओशन का नेम है, ये अगे भी द आऊगा। मैं लिखिया बे ऑफ बंगाल, बंगाल की खाड़ी, ये अगे भी द आऊगा। उस तो बाद इदां मतलब कुछ भी लिखी जाओ, तुहानूं पता होना चाहिए। लिखिया मैं थेम्स रिवर, थेम्स एक रिवर का नेम है, ये अगे भी द आऊगा। तो सहारा डेजर्ट है जिमें, ठीक है, जिमें लिखता मैं सहारा डेजर्ट। सेंटेंस पिछे कुछ भी बनी जाए वो चीज़ मैटर नहीं करती, मतलब जो रूल है उन्होंने समझो ध्यान नाल, ये अगे भी द आऊगा। तो होप सो तुहानूं क्लीयर हो गया होगा। हुण इहदी इस रूल की ना एक एक्सैप्शन है, इस रूल की एक एक्सैप्शन है। एक्सैप्शन कहते भी जिथे ये चीज़ अप्लाई नहीं होंगी। हुण एक ना हडसन बे है, मैं दोबारा लिख दिंदी हाँ, हडसनस बे, यह भी एक खाड़ी है पर ये अगे आर्टिकल दा नहीं आता। अच्छा हुण ये अगे आर्टिकल दा क्यों नहीं आता? इत्थे दो रूल अप्लाई होंदे ने। जिहड़ा मेन रीजन है वो तो ये है भी हडसन बे का जिहड़ा नेम है ना वो किसी परसन के नेम तो है, तां करके नहीं आता। बाकी तुसीं इत्थे आ पोस्ट ऑफिस भी देख सकते हो लगी हुई, तां भी नहीं आता, ठीक है। बस कुल मिला के याद ये रखना है भी हडसन बे अगर सेंटेंस दे विच हैगा तो वो अगे द आर्टिकल नहीं आएगा, कोई आर्टिकल नहीं आएगा। क्लीयर है जी। होप्स तुहानूं ये भी रूल है जिहड़ा वो वधिया तरीके नाल क्लीयर हो गया होगा। नैक्सट हिस्टोरिकल बिल्डिंग, हिस्टोरिकल आऊगा बेसिकली इत्थे हिस्टोरिकल बिल्डिंग्स एंड फोर्ट्स, मतलब इतिहासिक किले जां इमारतां, ठीक है। इतिहासिक एक मिनट, इतिहासिक किले ने, फोर्ट हुंदा किले, बिल्डिंग्स इमारतां हुंदियां। किसी का भी नेम आपां नूं लग्या होया मिल गया तो आपां उहदे अगे द लगावांगे ही लगावांगे, क्योंकि अपने आप दे विच विशेष है। अच्छा मैं कुछ के एग्जाम्पल तुहानूं दे दिंदी हाँ। जिद्दां मैं लिखिया रैड फोर्ट, बिल्कुल द आऊगा इहदे अगे। ताज महल द आऊगा। वाइट हाउस विशेष है अपने आप दे विच, द आऊगा। राष्ट्रपति भवन है जिद्दां अपना, उहदे अगे भी द आऊगा। सेंटेंस पिछे वटएवर जो मर्जी है, पर तुहानूं रूल क्लीयर होना चाहिए कि किहदे अगे असीं लाउणा है। अच्छा हुण तुसीं सोच के देखो, मैं तुहानूं लिखता डैश ते देता तुहानूं मैं पार्लीमेंट लिख के,
ਇੱਕ ਮਿੰਟ ਲਈ ਵੀਡੀਓ ਨੂੰ ਪੌਜ਼ ਕਰੋ ਤੇ ਮੈਨੂੰ ਇਹ ਆਪਣੇ ਮਾਈਂਡ ਤੋਂ ਇਹ ਪੁੱਛੋ ਕਿ ਪਾਰਲੀਮੈਂਟ ਦੇ ਅੱਗੇ ਇੱਥੇ ਦ ਆਊਗਾ ਜਾਂ ਨਹੀਂ ਆਊਗਾ। ਹੋਪ ਸੋ ਤੁਸੀਂ ਸੋਚ ਲਿਆ ਹੋਊਗਾ। ਹੁਣ ਜਿਨ੍ਹਾਂ ਨੇ ਤਾਂ ਸੋਚਿਆ ਵੀ ਇੱਥੇ ਦ ਲੱਗੂਗਾ ਕਿਉਂਕਿ ਪਾਰਲੀਮੈਂਟ ਵੀ ਆਪਣੇ ਆਪ ਦੇ ਵਿੱਚ ਵਿਸ਼ੇਸ਼ ਹੈ, ਤਾਂ ਉਹ ਬਿਲਕੁਲ ਰੋਂਗ ਨੇ। ਕਿਉਂ ਰੋਂਗ ਹੈ ਜੀ? ਇੱਥੇ ਪਾਰਲੀਮੈਂਟ ਤਾਂ ਦੇਤਾ ਕਿ ਆਪਾਂ ਨੂੰ ਇਹ ਦਿੱਤਾ ਵੀ ਪਾਰਲੀਮੈਂਟ ਕਿਹੜੀ ਕੰਟਰੀ ਦੀ ਹੈ। ਹੁਣ ਤੁਹਾਨੂੰ ਸਟੈਟਿਕ ਜੀਕੇ ਦੇ ਵਿੱਚ ਮੈਂ ਕਰਵਾਇਆ ਸੀ ਨਾ ਕਿ ਪਾਰਲੀਮੈਂਟ ਸਿਰਫ ਇੰਡੀਆ ਦੀ ਨੂੰ ਹੀ, ਸੰਸਦ ਨੂੰ ਨਹੀਂ ਕਹਿੰਦੇ। ਬਹੁਤ ਸਾਰੀਆਂ ਕੰਟਰੀਜ਼ ਨੇ ਜਿਨ੍ਹਾਂ ਨੂੰ ਪਾਰਲੀਮੈਂਟ ਕਿਹਾ ਜਾਂਦਾ, ਮਤਲਬ ਉੱਥੋਂ ਦੀ ਜਿਹੜੀ ਸੰਸਦ ਹੈ ਉਹਨੂੰ ਪਾਰਲੀਮੈਂਟ ਕਿਹਾ ਜਾਂਦਾ। ਕਰਵਾਇਆ ਸੀ ਨਾ ਮੈਂ ਪਾਰਲੀਮੈਂਟ, ਜਿਹੜਾ ਸਟੈਟਿਕ ਜੀਕੇ ਦਾ ਟੌਪਿਕ ਸੀ ਉਹਦੇ ਵਿੱਚ। ਤਾਂ ਆਪਾਂ ਨੂੰ ਨਹੀਂ ਪਤਾ ਹੈ ਨਾ ਵੀ ਕਿਹੜੀ ਕੰਟਰੀ ਦੀ ਹੈ, ਤਾਂ ਇਸ ਕੇਸ ਦੇ ਵਿੱਚ ਆਪਾਂ ਬਿਲਕੁਲ ਨਹੀਂ ਲਗਾਉਂਦੇ। ਅੱਛਾ, ਹੁਣ ਕੁਛ ਕੇ 'ਚ ਮੋਡੀਫਿਕੇਸ਼ਨ ਕਰਦੇ ਹਾਂ। ਹੁਣ ਜੇ ਤੁਹਾਨੂੰ ਇਕੱਲਾ ਪਾਰਲੀਮੈਂਟ ਦੇ ਕੇ ਕੁਛ ਲਿਖਿਆ ਤਾਂ ਉਹਦੇ ਮੂਹਰੇ ਆਰਟੀਕਲ ਨਹੀਂ ਆਊਗਾ। ਪਰ ਮੰਨ ਲਓ ਤੁਹਾਨੂੰ ਹੁਣ ਦਿੱਤਾ ਹੈ, ਕੀ ਦਿੱਤਾ ਹੈ, ਲਿਖਦੀ ਹਾਂ ਮੈਂ, ਜਸਟ ਅ ਮਿਨਟ। ਹੁਣ ਤੁਹਾਨੂੰ ਲਿਖਤਾ ਪਾਰਲੀਮੈਂਟ ਆਫ ਇੰਡੀਆ, ਉਸ ਤੋਂ ਬਾਅਦ ਅੱਗੇ ਜੋ ਮਰਜ਼ੀ ਸੈਂਟੈਂਸ ਚੱਲੀ ਜਾਂਦਾ। ਤਾਂ ਹੁਣ ਇਹ ਕਿਸੇ ਵਿਸ਼ੇਸ਼ ਕੰਟਰੀ ਦੀ ਪਾਰਲੀਮੈਂਟ ਦੀ ਗੱਲ ਕਰ ਰਹੇ ਨੇ, ਤਾਂ ਇੱਥੇ ਆਪਾਂ ਅੱਗੇ ਦ ਲਗਾਵਾਂਗੇ। ਮੇਰੇ ਹਿਸਾਬ ਨਾਲ ਤੁਹਾਨੂੰ ਮੀਨਿੰਗ ਹੈ ਜਿਹੜਾ ਕਲੀਅਰ ਹੋ ਗਿਆ ਹੋਊਗਾ, ਕਿਉਂਕਿ ਦ ਦੇ ਬਾਰੇ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਦੱਸਿਆ ਸੀ ਵੀ ਕਿਸੇ ਵਿਸ਼ੇਸ਼ ਚੀਜ਼ ਨੂੰ ਹੈ ਜਿਹੜਾ ਸ਼ੋਅ ਕਰਦਾ। ਠੀਕ ਹੈ, ਤਾਂ ਉਹ ਚੀਜ਼ ਤੁਹਾਨੂੰ ਇੱਥੋਂ ਵੀ ਕਲੀਅਰ ਹੈ ਜਿਹੜੀ ਹੋ ਰਹੀ ਹੋਊਗੀ। ਠੀਕ ਹੈ, ਤਾਂ ਇਹ ਸੀ ਆਪਣੇ ਅੱਜ ਦੇ ਰੂਲ ਜੀ ਦ ਦੇ ਨਾਲ ਰਿਲੇਟਡ। ਮੈਂ ਤੁਹਾਨੂੰ ਇੱਕ ਵਾਰ ਬਰੀਫਲੀ ਦੱਸ ਦਿੰਦੀ ਹਾਂ ਆਪਾਂ ਕੀ ਕੁਝ ਕੀਤਾ। ਰੂਲ ਨੰਬਰ 6 ਦੇ ਵਿੱਚ ਆਪਾਂ ਕੀਤਾ ਮਾਊਂਟੇਨ ਰੇਂਜਸ ਬਾਰੇ, ਵੀ ਜਦੋਂ ਪਹਾੜੀ ਦੀਆਂ ਲੜੀਆਂ ਦੀ ਗੱਲ ਹੋਊਗੀ ਨਾ ਤਾਂ ਆਪਾਂ ਦ ਆਰਟੀਕਲ ਲਗਾਵਾਂਗੇ ਬਿਲਕੁਲ। ਠੀਕ ਹੈ, ਬਟ ਇੱਥੇ ਐਕਸੈਪਸ਼ਨ ਕੀ ਸੀਗੀ ਵੀ ਜਦੋਂ ਇੱਕ ਪਹਾੜੀ ਦੀ ਗੱਲ ਹੈ ਫਿਰ ਆਪਾਂ ਬਿਲਕੁਲ ਨਹੀਂ ਲਾਵਾਂਗੇ। ਨੈਕਸਟ, ਕਿਸੇ ਵੀ ਧਾਰਮਿਕ ਗ੍ਰੰਥ ਦੇ ਅੱਗੇ ਆਪਾਂ ਦਾ ਲਾਵਾਂਗੇ। ਗੀਤਾ, ਕੁਰਾਨ, ਕੁਝ ਵੀ ਹੈ ਅੱਗੇ, ਰਾਮਾਇਣ, ਮਹਾਭਾਰਤ। ਬਟ ਜੇ ਆਥਰ ਦਾ ਨੇਮ ਅਪੋਸਟ੍ਰੋਫੀ ਐਸ ਪਾ ਕੇ ਦਿੱਤਾ ਹੈ ਫਿਰ ਆਪਾਂ ਉਹ ਬੁੱਕ ਦੇ ਅੱਗੇ ਦਾ ਨਹੀਂ ਲਗਾਉਂਦੇ। ਨੈਕਸਟ, ਨਿਊਜ਼ਪੇਪਰ। ਹਰੇਕ ਨਿਊਜ਼ਪੇਪਰ ਦੇ ਅੱਗੇ ਦ ਲੱਗੂਗਾ, ਚਾਹੇ ਉਹ ਕੋਈ ਵੀ ਨਿਊਜ਼ਪੇਪਰ ਹੈ। ਅਤੇ ਉਹ ਤੁਹਾਨੂੰ ਦੱਸਤਾ ਸੀ ਮੈਂ ਸੈਂਟੈਂਸ ਆਪਾਂ ਨੂੰ ਹਿੰਟ ਦੇ ਦੂਗਾ ਜੇ ਨਿਊਜ਼ਪੇਪਰ ਦਾ ਨੇਮ ਅਜੀਬ ਹੈਗਾ ਕਿ ਉਹ ਨਿਊਜ਼ ਜਾਂ ਪਬਲਿਸ਼ ਵਗੈਰਾ ਵਰਡ ਆਪਾਂ ਨੂੰ ਦਿੱਤੇ ਹੀ ਹੋਣਗੇ। ਹਾਂਜੀ, ਰੂਲ ਨੰਬਰ 9 ਆਪਣਾ ਕਹਿੰਦਾ ਕਿਸੇ ਵੀ ਓਸ਼ਨ ਦੇ ਅੱਗੇ, ਸੀ ਦੇ ਅੱਗੇ, ਰਿਵਰ, ਬੇ, ਡੈਜ਼ਰਟ, ਮਾਰੂਥਲ, ਉਹਨਾਂ ਦੇ ਅੱਗੇ ਵੀ ਦ ਲਗਾਵਾਂਗੇ ਆਪਾਂ। ਬਟ ਹਡਸਨ ਬੇ ਦੇ ਅੱਗੇ ਨਹੀਂ ਆਉਂਦਾ ਕਿਉਂਕਿ ਉਹਦਾ ਜਿਹੜਾ ਨੇਮ ਹੈ ਕਿਸੇ ਪਰਸਨ ਦੇ ਨੇਮ ਤੋਂ ਹੈ। ਲਾਸਟ ਵਾਲਾ ਜਿਹੜਾ ਰੂਲ ਹੈ ਆਪਣਾ ਹਿਸਟੋਰੀਕਲ ਬਿਲਡਿੰਗਸ ਐਂਡ ਫੋਰਟਸ ਵਾਲਾ, ਇਹ ਕੀ ਕਹਿੰਦਾ ਕਿ ਹਰੇਕ ਜਿਹੜੀ ਇਤਿਹਾਸਿਕ ਇਮਾਰਤ ਹੈ ਜਾਂ ਕਿਲ੍ਹਾ ਹੈ ਉਹਦੇ ਅੱਗੇ ਦਾ ਲੱਗੂਗਾ। ਬਟ ਕੀ ਹੈ, ਬਸ ਇਹ ਤੁਸੀਂ ਧਿਆਨ 'ਚ ਰੱਖਿਓ ਪਾਰਲੀਮੈਂਟ ਵਾਲਾ ਕੇਸ ਇਹ ਮੈਂ ਤਾਂ ਦੱਸਿਆ ਸਪੈਸੀਫਿਕਲੀ ਕਿਉਂਕਿ ਇਹਦੇ ਵਿੱਚ SSC CGL ਦੇ ਵਿੱਚ ਕੁਐਸਚਨ ਇਹਦੇ ਤੋਂ ਬਣਿਆ ਹੋਇਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਠੀਕ ਹੈ, ਵੀ ਇੱਦਾਂ ਕੁਐਸਚਨ ਆ ਜਾਂਦਾ। ਤਾਂ ਹੋਪ ਸੋ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਸਿੱਖਣ ਨੂੰ ਕੁਝ ਨਵਾਂ ਜ਼ਰੂਰ ਮਿਲਿਆ ਹੋਊਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਤੋਂ ਪਹਿਲਾਂ ਇਹਦਾ ਫਸਟ ਪਾਰਟ ਆ ਚੁੱਕਿਆ ਆਰਟੀਕਲਸ ਦਾ, ਉਹਨੂੰ ਵੀ ਵਿਜ਼ਿਟ ਕਰ ਲਓ ਤੁਸੀਂ ਤਾਂ ਕਿ ਤੁਹਾਨੂੰ ਬਿਲਕੁਲ 100% ਨਾਲ ਕਲੀਅਰ ਹੋ ਜਾਣ। ਠੀਕ ਹੈ, ਵਿੱਚੋਂ ਦੀ ਹੈ ਨਾ ਕਰੋਗੇ ਗ੍ਰਾਮਰ ਉਹ ਕਦੇ ਵੀ ਸਮਝ ਨਹੀਂ ਆਊਗੀ। ਉਹਨੂੰ ਜੇ 0 ਲੈਵਲ ਤੋਂ ਸਿੱਖਣਾ ਫਿਰ ਸਟਾਰਟਿੰਗ ਵੀ 0 ਦੀ ਕਰਨੀ ਪੈਣੀ ਹੈ ਨਾ, ਤਾਂ ਵੀਡੀਓ ਪਹਿਲੀ ਵਾਲੀ ਚੈੱਕਆਊਟ ਕਰੋ। ਠੀਕ ਹੈ ਜੀ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਕਰ ਦਿਓ ਅਗਰ ਵਧੀਆ ਲੱਗੀ ਹੈ। ਔਰ ਇੱਕ ਚੀਜ਼ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਕਿ ਆਰਟੀਕਲਸ ਦਾ ਜਸਟ ਤੁਹਾਨੂੰ ਦ ਦੇ ਰੂਲਸ ਕੰਪਲੀਟ ਕਰਵਾ ਦਾਂ ਜਾਂ ਫੁੱਲ ਫਲੈਜ ਚੈਪਟਰ ਹੈ ਜਿਹੜਾ ਇਹ YouTube ਦੇ ਉੱਤੇ ਕੰਪਲੀਟ ਕਰਾਇਆ ਜਾਵੇ। ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਕੇ ਜਾਈਓ। ਨਹੀਂ ਅਦਰਵਾਈਜ਼ ਮੈਂ ਦ ਜਿਹੜੇ ਆਰਟੀਕਲ ਨੇ ਇਹਦੇ 25 ਰੂਲਸ ਨੇ ਅਤੇ ਉਹ ਕੰਪਲੀਟ ਕਰਨ ਤੋਂ ਬਾਅਦ ਮੈਂ ਇੱਥੇ ਫੁੱਲ ਸਟਾਪ ਲਗਾ ਦੂੰਗੀ, AM ਦੇ ਨਹੀਂ ਕਰਾਉਂਗੀ। ਠੀਕ ਹੈ ਜੀ, ਵੈਲਕਮ ਜੀ, ਥੈਂਕ ਯੂ ਸੋ ਮਚ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ।